दर्शकों ब्रेक के बाद थोड़ा स्वागत है जी। डॉक्टर साहब अगला इशू बारे तुसी की कहना चाहोगे? कुछ क्विक मैसेजेस ने। अहमद जमान मुगल जी का उन्होंने कहा भी पाकिस्तान आओ जरूर दिखावांगे, वी लव यू टू। दलजीत सिंह ਤੁਹਾਨੂੰ भी और TV 84 की सारी टीम ਨੂੰ फतेह कहते हैं। ਭੁਪਿੰਦਰ ਸਿੰਘ, what are your states to say Pakistan a failed state? इधर उधर मारन तो पहला सर्च कर लिया करो। अर्शदीप, हुणे अर्शदीप सिंह पहला भी कह के हटे ने एक मैसेज जवाब दिता उन्होंने, हाँ, कि why did you see Pakistan as your strategic partner, a failed country from all perspectives is our hope, is that fair? Make community strong enough to be backed up by a country like China. सो पहली गल तो शुक्रिया इन्हों का। नदीम सलारी उन्होंने भी लिखा, JS पंडाल और महबूब हुसैन जमील सब का शुक्रिया। अर्शदीप सिंह मैनू इस गल की खुशी है कि भी उन्होंने सानू लिखा है, पर यह लगता है भी ये जोड़ा पहला तो फील्ड स्टेट की डेफिनेशन लभनी चाहिए है भी है कि जे इंडिया कहता कोई फील्ड स्टेट है, कोई फेल तो हो नहीं गया। और एक ने जवाब भी दिता होया इस कि उन्होंने कहा जी ये जोड़े एटम बंब ਤੇ ਦੂਜੇ ਰੱਖੇ ਨੇ ਕੋਈ ਈਦ ਜਾਂ ਦੀਵਾਲੀ ਲਈ ਨਹੀਂ ਰੱਖੇ ਹੋਏ। ਇਹ ਫੇਲਡ ਸਟੇਟ ਨੂੰ ਤੁਸੀਂ ਕਿਵੇਂ ਕਰਦੇ ਹੋ? ਪਾਕਿਸਤਾਨ ਜੇ ਤੁਸੀਂ ਉਹਨਾਂ ਦੀਆਂ ਡਿਫਰੈਂਟ ਇੰਟਰਨੈਸ਼ਨਲ ਰਿਪੋਰਟਸ ਨੇ, ਇੰਡੀਆ ਔਰ ਪਾਕਿਸਤਾਨ ਦਾ 1-2 ਪੁਆਇੰਟ ਦਾ ਹੀ ਫਰਕ ਹੁੰਦਾ, ਕਿਤੇ ਉਹ ਉੱਪਰ ਹੁੰਦੇ ਨੇ ਕਿਤੇ ਉਹ ਥੱਲੇ ਹੁੰਦੇ ਨੇ। ਔਰ ਇਸੇ ਤਰ੍ਹਾਂ ਜਿਹੜੇ ਬਾਕੀ ਪਾਰਟ ਨੇ ਕੋਈ ਪਾਕਿਸਤਾਨ 1-2 ਸਟੈਪ ਬਿਹਤਰ ਹੀ ਹੋਏਗਾ ਇੰਡੀਆ ਨਾਲੋਂ। ਸੋ ਕਿਉਂਕਿ ਉਹ ਕਹਿੰਦੇ ਨੇ ਫੇਲਡ ਸਟੇਟ ਹੈ, ਅਸੀਂ ਕਹੀਏ ਜੀ ਫੇਲਡ ਹੈ। ਤੇ ਜਿਹੜੇ ਦਿਨ ਇਹ ਕਹਿ ਰਹੇ ਨੇ ਵੀ ਚਾਈਨਾ ਤੋਂ ਮਦਦ ਲਓ, ਚਾਈਨਾ ਤਾਂ ਕਹਿੰਦਾ ਵੀ ਪਾਕਿਸਤਾਨ ਦੇ ਨਾਲ ਸਾਡੀ ਯਾਰੀ ਦੋਸਤੀ ਜਿਹੜੀ ਹੈ ਉਹ ਅਟੁੱਟ ਹੈ, ਕਦੇ ਨਹੀਂ ਟੁੱਟਣ ਵਾਲੀ, ਸਮੁੰਦਰ ਤੋਂ ਗਹਿਰੀ, ਪਹਾੜ ਤੋਂ ਉੱਚੀ। ਸੋ ਮੈਂ ਸਮਝਦਾ ਵੀ ਅਸੀਂ ਜਿਹੜਾ ਹੈ ਇਸ ਰਿਐਲਿਟੀ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ, ਪ੍ਰੋਪੇਗੈਂਡੇ ਦੀ ਲਾਈਨ ਹੋਵੇ। ਐਟ ਦਾ ਸੇਮ ਟਾਈਮ ਅਸੀਂ ਸਮਝਦੇ ਹਾਂ ਵੀ ਅਸੀਂ ਹਰ ਇੱਕ ਤੋਂ ਮਦਦ ਦੇ ਤਲਬਗਾਰ ਹਾਂ। ਅਮਰੀਕਾ ਮਦਦ ਕਰੇ ਸਾਡੀ, ਰਸ਼ੀਆ ਕਰੇ, ਇੰਗਲੈਂਡ ਕਰੇ, ਚਾਈਨਾ ਕਰੇ, ਪਾਕਿਸਤਾਨ ਕਰੇ। ਅਸੀਂ ਆਪਣਾ ਮੁਲਕ ਦਰਿਆਏ ਜਮਨਾ ਤੋਂ ਵਾਘਾ ਤੱਕ ਬਣਾਉਣਾ ਹੈ ਖਾਲਿਸਤਾਨ, ਔਰ ਉਹਦੇ ਲਈ ਕੋਈ ਵੀ ਸਾਡੀ ਮਦਦ ਤੇ ਆਏ ਅਸੀਂ ਉਸ ਮਦਦ ਨੂੰ ਕਬੂਲ ਕਰਦੇ ਹਾਂ। ਜਿਹੜਾ ਇਸ਼ੂ ਆਫ ਕੰਸਰਨ ਹੈ ਕਿ ਵੀ ਕਿਸ ਤਰੀਕੇ ਨਾਲ ਅੱਜ ਸਿੱਖਾਂ ਦੀ ਅਟੈਂਸ਼ਨ ਰੀਅਲ ਐਨਮੀ ਜਿਹੜਾ ਹੈ ਜਿਹਨੇ ਸਾਡੀ ਨਸਲਕੁਸ਼ੀ ਦਾ ਦੌਰਾ ਜਾਰੀ ਰੱਖਿਆ ਹੋਇਆ ਉਸ ਤੋਂ ਪਾਸੇ ਕਰਕੇ ਬਾਦਲ ਐਂਡ ਕੰਪਨੀ ਹੱਥ ਠੋਕੇ ਬਣੇ ਹੋਏ ਨੇ। ਬਾਰਡਰ 6 ਜ਼ਿਲ੍ਹਿਆਂ ਚੋਂ ਕਿਵੇਂ ਲੋਕਾਂ ਨੂੰ ਉਜਾੜਿਆ ਗਿਆ, ਰਾਜਨਾਥ ਸਿੰਘ ਨੇ ਹੱਥ ਧੋ ਲੈ ਕੇ ਜੀ ਮੈਂ ਤਾਂ ਕਿਹਾ ਹੀ ਨਹੀਂ ਹੈ। ਹੁਣ ਇੱਕ ਜੰਗੀ ਯਾਦਗਾਰ ਬਣਾਉਣ ਦੇ ਨਾਂ ਥੱਲੇ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਤੇ ਮਿਊਜ਼ੀਅਮ ਜਿਹੜਾ ਅੰਮ੍ਰਿਤਸਰ 'ਚ ਜਿਸ ਦਾ ਉਦਘਾਟਨ ਕਰ ਰਹੇ ਔਰ ਉਹਨੂੰ ਬਾਦਲ ਕਹਿ ਰਿਹਾ ਕਿ ਜੀ ਪਹਿਲੀ ਕਿਸਮ ਦਾ ਹੋਰ ਕਿਤੇ ਨਹੀਂ ਬਣਿਆ ਸਾਰੇ ਦੇਸ਼ ਦੇ, ਔਰ ਸਿੱਖਾਂ ਦੀਆਂ ਕੰਟਰੀਬਿਊਸ਼ਨ, ਉੱਥੇ ਪੈਟਰਨ ਟੈਂਕ ਰੱਖਾਂਗੇ, ਉੱਥੇ ਫਲਾਣਾ ਟੈਂਕ ਰੱਖਾਂਗੇ ਜਿਹੜੇ ਅਸੀਂ ਲਏ, ਔਰ ਪੂਰੀ ਸਿੱਖਾਂ ਦੀ ਹਿਸਟਰੀ कि जी किमें उन्होंने फलानी वॉर 62, 65, 99 कारगिल ये वो। सो कुल मिला के जो असी ये देखते हैं कि भी बार बार ਜਿਹੜਾ ਕਿਉਂਕਿ ਬਹੁਤ ਵੇਰਵਾ ਹੈ ਤੇ ਸਮਾਂ ਸੀਮਾ ਮੈਨੂੰ ਅੱਗੇ ਨਹੀਂ ਜਾਣ ਦਿੰਦੀ ਹੈ ਜੀ। ਹੁਣ ਇੱਕ ਪਾਸੇ ਤਾਂ ਇਹ ਮਰਸਨਰੀ ਕਰੈਕਟਰ ਹੈ ਜਿਹੜਾ ਅੰਗਰੇਜ਼ਾਂ ਨੇ ਸਾਨੂੰ 100 ਸਾਲ ਇਸਤੇਮਾਲ ਕੀਤਾ ਵਰਲਡ ਵਾਰਸ ਵਿੱਚ, ਜਿਹਨੂੰ ਕਹਿੰਦੇ ਨੇ ਰॉ ਮਟੀਰੀਅਲ, ਕੱਚਾ ਇੰਧਨ ਜੀ, ਕਿ ਵੀ ਤੁਸੀਂ ਪਾ ਦਿਓ ਵਾਰ ਮਸ਼ੀਨਰੀ ਦੇ ਵਿੱਚ ਜਿਹੜਾ ਵਾਰ ਦਾ ਫਰਨੈਸ ਹੈ ਉਹਦੇ 'ਚ ਸੁੱਟੋ, ਅਸੀਂ ਗਣੀ ਜਾਈਏ ਵੀ ਇੰਨੇ ਮਾਰੇ। ਇਹੀ ਹਾਲ ਇਹਨਾਂ ਹਿੰਦੂ ਸਾਮਰਾਜ ਨੇ ਕੀਤਾ ਸੀ। 70 ਸਾਲ 'ਚ ਸਾਨੂੰ ਰॉ ਮਟੀਰੀਅਲ ਬਣਾ ਕੇ ਹਰ ਥਾਂ ਝੋਕਿਆ ਤੇ ਉਹਨੂੰ ਅਸੀਂ ਕਹੀਏ ਕਿ ਜੀ ਇਹ ਬਹੁਤ ਸਾਡਾ ਤੁਹਾਡਾ ਜਿਸ ਅੰਮ੍ਰਿਤਸਰ ਸ਼ਹਿਰ 'ਚ ਤੁਸੀਂ ਵਾਰ ਮੈਮੋਰੀਅਲ ਔਰ ਬੜੇ ਦਮਗਜ਼ੇ ਮਾਰ ਰਹੇ ਹੋ ਬੈਠੇ, ਤੁਹਾਨੂੰ ਭੁੱਲ ਗਿਆ ਕਿ 32 ਸਾਲ ਪਹਿਲਾਂ ਇਸ ਫੌਜ ਨੇ, ਜਿਸ ਫੌਜ ਦਾ ਤੁਸੀਂ ਪ੍ਰਾਈਡ ਲੈਣਾ ਚਾਹੁੰਦੇ ਹੋ, ਜਿਹੜਾ ਸਾਡੀ 4 ਸਦੀਆਂ ਦੀ ਸੀਟ ਸੈਂਕਟਮ ਸੈਂਕਟਰਮ ਹਰਮੰਦਰ ਸਾਹਿਬ, ਅਕਾਲ ਤਖਤ ਸਾਹਿਬ ਸਾਡਾ, ਉਸ ਨੂੰ ਢਾਹ ਢੇਰੀ ਕੀਤਾ। ਇਹ ਤੁਹਾਡੀ ਫੌਜ ਹੈ ਜਿਹਨੇ ਹਜ਼ਾਰਾਂ ਜਿਹੜੇ ਬੇਗੁਨਾਹ ਲੋਕ ਨੇ ਹਰਮੰਦਰ ਸਾਹਿਬ ਦੀਆਂ ਪਰਿਕਰਮਾ 'ਚ, ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਵਾਲੇ ਦਿਨ ਜਿਹੜੇ ਨੇ ਮਾਰੇ ਨੇ। ਔਰ ਇਹ ਬਾਦਲ ਸਰਕਾਰ ਔਰ ਦੂਜੇ ਜਦੋਂ ਉਹਨਾਂ ਸ਼ਹੀਦਾਂ ਦੀ ਯਾਦਗਾਰ ਬਣਾਉਣ ਦੀ ਗੱਲ ਆਈ ਤੇ ਇਹਨਾਂ ਨੇ ਤਾਂ ਉਹਨੂੰ ਜਿਹੜਾ ਸੀਮਤ ਕਰਕੇ ਇੱਕ ਚੁੱਪ ਚਪੀਤੇ ਕੋ ਗੁਰਦੁਆਰੇ ਤੱਕ ਮਹਿਦੂਦ ਕਰ ਦਿੱਤਾ। ਉਹਦੇ 'ਚ ਵੀ ਕੋਈ ਜਿਹੜਾ ਇਹਨਾਂ 'ਚੋਂ ਕੋਈ ਬੋੜਿਆ ਨਹੀਂ ਹੈ ਜਾਂ ਕੋਈ ਉੱਥੇ ਸਮਾਗਮ ਵੀ ਚੱਜ ਨਾਲ ਨਹੀਂ ਹੁੰਦਾ, ਉਹ ਬਿਲਕੁਲ ਇੱਕ ਖੂੰਜੇ 'ਚ ਹੈ, ਕੋਈ ਜਾਂਦਾ ਕੋਈ ਨਹੀਂ ਜਾਂਦਾ। ਕਿੱਥੇ ਗਈ ਸ਼ਹੀਦਾਂ ਦੀ ਗੈਲਰੀ ਜਿਹੜੇ ਇਹਨਾਂ ਦੇ ਸਾਥੀ ਨਾਲ ਰਲੇ ਹੋਏ ਸੀ ਕਿ ਜੀ ਅਸੀਂ ਅੰਦਰ ਉਹਦੇ ਥੱਲੇ ਜਿਹੜਾ ਬਣਾਵਾਂਗੇ ਅੰਡਰਗਰਾਊਂਡ ਗੈਲਰੀ, ਸ਼ਹੀਦਾਂ ਦੀਆਂ ਪਿਕਚਰਸ ਲੱਗਣਗੀਆਂ, ਉਹਨਾਂ ਦੀਆਂ ਯਾਦਾਂ ਰੱਖੀਆਂ ਜਾਣਗੀਆਂ। ਜਿਹੜੇ ਤੁਹਾਡੇ ਕਰੰਟ ਤੁਹਾਡੇ ਸਭ ਤੋਂ ਪਵਿੱਤਰ ਥਾਂ ਹਰਮੰਦਰ ਸਾਹਿਬ ਨੂੰ ਡਿਫੈਂਡ ਕਰਦੇ ਆ ਸ਼ਹੀਦ ਹੋਏ ਨੇ, ਉਹਨਾਂ ਨੂੰ ਤਾਂ ਤੁਸੀਂ ਰੋਲ ਦਿੱਤਾ,
ਔਰ ਜਿਹੜੇ ਬਾਕੀ ਬਚੇ ਨੇ ਅੱਜ ਕੌਮੀ ਆਜ਼ਾਦੀ ਦੀ ਗੱਲ ਕਰਦੇ ਉਹਨਾਂ ਨੂੰ ਤਾਂ ਤੁਸੀਂ ਦੇਸ਼ ਧਰੋਹੀ ਬਣਾ ਕੇ ਕਰ ਰਹੇ ਹੋ ਔਰ ਦੂਸਰੇ ਪਾਸੇ ਜਿਹੜਾ ਤੁਸੀਂ ਇਸ ਕਿਸਮ ਦਾ ਕਰ ਰਹੇ ਹੋ। ਸੋ ਮੈਂ ਸਮਝਦਾ ਵੀ ਅਜੇ ਵੀ ਜੇ ਸਾਡਾ ਇੱਕ ਤਬਕਾ ਇਹਨਾਂ ਦਾ ਪ੍ਰਭਾਵ ਕਬੂਲਦਾ ਹੈ ਜਾਂ ਇਹਨਾਂ ਦੇ ਥੱਲੇ ਜਿਹੜਾ ਕੁਝ ਜਿਹੜਾ ਉਸ ਨੂੰ ਅਜੇ ਵੀ ਇਹ ਸਮਝਦਾ ਹੈ ਵੀ ਇਹ ਕੋਈ ਕੌਮੀ ਕੰਮ ਕਰ ਰਹੇ ਨੇ, ਸੋ ਇਹਨਾਂ ਨੂੰ ਵੱਡੇ ਘੱਲੂਕਾਰਾ ਛੋਟਾ ਇਹ ਔਰ ਠੀਕ ਕਿਹਾ ਕਿਸੇ ਨੇ ਉੱਥੇ, ਉਹਨੇ ਕਿਹਾ ਜੀ ਨਵੀਆਂ ਯਾਦਗਾਰਾਂ ਤਾਂ ਬਾਅਦ ਦੇਖੋ, ਜਿਹੜੀਆਂ ਪੁਰਾਣੀਆਂ ਨੇ ਉਹ ਤੁਸੀਂ ਸੰਭਾਲ ਲਈਆਂ। ਔਰ ਜਿਹੜਾ ਇੱਕ ਈਵਨ ਅਨੰਦਪੁਰ ਸਾਹਿਬ ਦੇ ਵਿੱਚ ਲਾਇਆ ਸੀ ਬੜਾ ਵੱਡਾ ਖੰਡਾ ਲਾਇਆ ਇੰਨਾ ਉੱਚਾ, ਪਿਛਲੇ ਦਿਨਾਂ ਜੋ ਥੱਲੇ ਡਿੱਗਿਆ ਹੋਇਆ ਸੀ। ਮਤਲਬ ਜਿਹੜੀਆਂ ਕੁਝ ਇਮੇਜ ਤੁਹਾਨੂੰ ਸੌਣ ਨਹੀਂ ਦਿੰਦੇ ਹੈ, ਮਤਲਬ ਮੇਰੇ ਮਨ ਚੋਂ ਡਿੱਗਿਆ। ਮੈਂ ਕਿਹਾ ਇਹ ਤਾਂ ਸਿੱਖਾਂ ਨੇ ਕਦੇ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦੀ ਹੁੰਦੀ ਸੀ, ਕਦੇ ਝੰਡਾ ਥੱਲੇ ਨਹੀਂ ਸੀ ਡਿੱਗਦਾ। ਔਰ ਇਹ ਕਿਉਂਕਿ ਉਹੀ ਬੇਈਮਾਨ ਠੇਕੇਦਾਰ, ਉਹੀ ਚੋਰ, ਕੱਚੇ ਕੰਮ, ਔਰ ਹੁਣ ਇਹ ਹਿੰਦੂਆਂ ਨੂੰ ਖੁਸ਼ ਕਰਨ ਤੇ ਲੱਗੇ ਹੋਏ ਨੇ ਕਿ ਜੀ ਦੇਖੋ ਅਸੀਂ ਬਹੁਤ ਅੰਮ੍ਰਿਤਸਰ ਚ ਬਣਾ ਰਹੇ ਹਾਂ ਅਸੀਂ, ਤਾਂ ਕਿ ਔਰ ਈਡੀ ਵੱਡੀ ਉਹਨਾਂ ਨੇ ਕਿਹਾ ਜੀ ਈਡੀ ਵੱਡੀ ਅਸੀਂ ਤਲਵਾਰ ਬਣਾਈ ਹੈ ਦੁਨੀਆ ਦੇ ਥੱਲੇ 4 ਸ਼ੇਰਾਂ ਦੇ ਮੂੰਹ ਪੁੱਠੇ ਕਰਕੇ ਲਾਏ ਹੋਏ ਨੇ, ਇਹ ਫਲਾਣੀ IIT ਦੇ ਫਲਾਣੇ ਡਿਜ਼ਾਈਨਰ ਨੇ ਤਿਆਰ ਕੀਤੀ ਹੈ ਔਰ ਇਹ ਤਲਵਾਰ ਦਾ ਮੂੰਹ ਦੂਜੇ ਪਾਸੇ ਮਤਲਬ ਪਾਕਿਸਤਾਨ ਵੱਲ ਹੈ ਜੀ। ਹੁਣ ਤੁਸੀਂ ਦੇਖੋ ਕਿ ਵੀ ਉਹੀ ਮਰਸਨਰੀ ਕਰੈਕਟਰ ਬਾਰ-ਬਾਰ, ਔਰ ਅਸੀਂ ਜਿਹੜਾ ਉਹ ਅੰਗਰੇਜ਼ੀ ਦੀ ਇੱਕ ਐਕਸਪ੍ਰੈਸ਼ਨ ਹੈ ਕਿ once you fool me shame on you, twice you fool me shame on me। ਤੇ ਜੇ ਅਸੀਂ ਬਾਰ-ਬਾਰ ਮੂਰਖ ਹੀ ਬਣਨਾ ਤੇ ਫਿਰ ਮੂਰਖਾਂ ਦੇ ਤਾਂ ਕੋਈ ਜਿਹੜਾ ਉਹਨਾਂ ਦੇ ਕੋਈ ਆਂਦਾ ਨਹੀਂ ਹੈ ਉਹਨਾਂ ਦੇ ਰੈਸਕਿਊ ਤੇ। ਸੋ ਇਹ ਕੰਡੈਮਨੇਬਲ ਐਕਟ ਹੈ ਕਿ ਵੀ ਤੁਸੀਂ ਉਸ ਸ਼ਹਿਰ ਦੇ ਵਿੱਚ ਜਿੱਥੇ ਇੰਡੀਆ ਭਾਰਤੀ ਫੌਜ ਨੇ ਅਕਾਲ ਤਖਤ ਢਾਇਆ, ਹਰਮੰਦਰ ਸਾਹਿਬ 'ਚ ਹਜ਼ਾਰਾਂ ਸਿੱਖ ਮਾਰੇ ਨੇ, ਇੱਕ ਤੁਸੀਂ ਉਹ ਯਾਦਗਾਰ ਬਣਾ ਔਰ ਫਿਰ ਤੁਸੀਂ ਉਹਨੂੰ ਬੜਾ ਗਲੋਰੀਫਾਈ ਕਰ ਰਹੇ ਹੋ ਜੀ ਕਿ ਤੁਸੀਂ ਜਿਹੜੇ ਸਭ ਤੋਂ ਵੱਡੇ ਦੇਸ਼ ਦੇ ਰੱਖਿਅਕ ਬਣੇ ਹੋਏ ਹੋ। ਤੁਹਾਨੂੰ ਭੁੱਲ ਗਿਆ ਵੀ ਨਵੰਬਰ 84 'ਚ ਭਾਰਤ ਭਰ ਦੇ ਵਿੱਚ ਤੁਹਾਡਾ ਹਾਲ ਕੀ ਕੀਤਾ ਹੈ ਔਰ ਕੀ ਤੁਹਾਡੀ ਕੌਮ ਦੇ ਨਾਲ ਹੋ ਰਿਹਾ। ਜੀ ਡਾਕਟਰ ਸਾਹਿਬ ਬਿਲਕੁਲ, ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਵਕਫੇ ਤੋਂ ਬਾਅਦ।